ਅਸੀਂ ਇਸ ਨਜ਼ਰੀਏ ਤੋਂ ਵੇਖਣਾ ਸੀ ਕਿ ਸੰਤ ਜਰਨੈਲ ਸਿੰਘ ਦਾ ਨਜ਼ਰੀਆ ਕੀ ਹੈ, ਉਸ ਨਜ਼ਰੀਏ ਦੇ ਵਿੱਚ ਕੌਮੀ ਭਵਿੱਖ ਦੀ ਚਿੰਤਾ ਕਿੰਨੀ ਹੈ, ਉਸ ਨਜ਼ਰੀਏ ਦੇ ਵਿੱਚ ਕੌਮੀ ਭਵਿੱਖ ਦਾ ਚਿੰਤਨ ਕਿੰਨਾ ਹੈ। ਪਰ ਸਾਡੀ ਤੇ ਸਭ ਤੋਂ ਵੱਡੀ ਜਿਹੜੀ ਤਰਾਸਦੀ ਇਹ ਰਹੀ ਕਿ ਅਜੇ ਤੱਕ ਅਸੀਂ ਆਪਣੇ ਦੁਸ਼ਮਣ ਦੀ ਸ਼ਨਾਖਤ ਨਾ ਕਰ ਸਕੇ। ਕਿਸੇ ਵੀ ਜੰਗ ਦੇ ਵਿੱਚ ਜਿਸ ਜੰਗ ਦਾ ਆਧਾਰ ਵਿਚਾਰਧਾਰਾ ਹੋਵੇ, ਉਹਦੇ ਵਿੱਚ ਸਭ ਤੋਂ ਅਹਿਮ ਗੱਲ ਹੁੰਦੀ ਹੈ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਨੀ। ਆਪਣੇ ਦੁਸ਼ਮਣ ਦੀ ਸ਼ਨਾਖਤ ਨਹੀਂ ਕਰ ਸਕੇ ਅਸੀਂ, ਔਰ ਸ਼ਨਾਖਤ ਕਰਨ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਨਾਕਾਮ ਰਹੇ ਕਿ ਨਾ ਤੇ ਅਸੀਂ ਦੁਨਿਆਵੀ ਪੱਧਰ ਦੇ ਉੱਪਰ ਜਿਹੜੇ ਫਿਨੋਮਨੇ ਹੁੰਦੇ ਨੇ ਨਾ ਉਹਨਾਂ ਨੂੰ ਸਮਝ ਸਕੇ, ਨਾ ਦੁਸ਼ਮਣ ਦੀ ਸ਼ਨਾਖਤ ਕਰ ਸਕੇ। ਇੱਕ ਵੱਡਾ ਜਿਹਾ ਦੋਸ਼ ਅਸੀਂ ਲਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਕਿਸੇ ਮੇਰੇ ਵਰਗੇ ਨੇ 4 ਅੱਖਰ ਨਹੀਂ ਲਿਖੇ ਹੁੰਦੇ ਨਾ, ਉਹਦੇ ਨਾਲ ਵੀ ਗੱਲ ਕਰੋ ਜੀ ਭਿੰਡਰਾਂਵਾਲਾ ਤੇ ਕਾਂਗਰਸ ਦਾ ਏਜੰਟ ਸੀ। ਇਹੀ ਗੱਲ ਸਾਡੇ ਦਿਮਾਗ ਦੇ ਵਿੱਚ ਪਾਈ ਜਾਂਦੀ ਹੈ ਮੀਡੀਆ ਦੇ ਵੱਲੋਂ। ਹੁਣ ਮੈਂ ਤੁਹਾਡੇ ਸਾਹਮਣੇ 2 ਉਦਾਹਰਨਾਂ ਰੱਖਦਾ। 1947 ਤੋਂ ਬਾਅਦ ਇਸ ਦੇਸ਼ ਦੀਆਂ ਸੁਰੱਖਿਆ ਔਰ ਸਿਵਲ ਸੇਵਾਵਾਂ ਦੇ ਵਿੱਚ ਕਾਂਗਰਸ ਦੇ ਸਤਾਏ ਹੋਏ 2 ਇਨਸਾਨ ਜਿਹੜੇ ਸਿੱਖਾਂ ਦੇ ਸਭ ਤੋਂ ਵੱਧ ਕਾਬਲ ਇਨਸਾਨ ਸੀ, ਉਹ ਸੰਤ ਜਰਨੈਲ ਸਿੰਘ ਦੇ ਨਾਲ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਨੇ। ਉਹ ਦੋਵੇਂ ਕਾਂਗਰਸ ਦੇ ਸਤਾਏ ਹੋਏ ਲੋਕ ਨੇ। ਇੱਕ ਨੇ ਸਰਦਾਰ ਕਪੂਰ ਸਿੰਘ ਤੇ ਦੂਜੇ ਨੇ ਜਨਰਲ ਸ਼ਬੀਰ ਸਿੰਘ। ਜੇ ਸੰਤ ਜਰਨੈਲ ਸਿੰਘ ਕਾਂਗਰਸੀ ਸੀ ਤੇ ਕਾਂਗਰਸ ਤੋਂ ਸਤਾਏ ਹੋਏ ਜਿਹੜੇ ਕੌਮ ਦੇ ਜਰਨੈਲ ਤੇ ਜਿਹੜੇ ਕੌਮ ਦੇ ਰੌਸ਼ਨ ਦਿਮਾਗ ਸੀ, ਉਹਨਾਂ ਨੇ ਸੰਤ ਜਰਨੈਲ ਸਿੰਘ ਦੀ ਮਦਦ ਕਿਉਂ ਕੀਤੀ? ਇੱਕ ਅਹਿਮ ਸਵਾਲ ਹੈ। 1947 ਤੱਕ ਤੁਸੀਂ 80% ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਦੋਂ ਕਿ ਤੁਹਾਡੀ ਆਬਾਦੀ 2.5 ਕਰੋੜ ਸੀ ਕੇਵਲ ਤੇ ਕੇਵਲ, ਤੇ ਹਿੰਦੁਸਤਾਨ ਦੀ ਸਾਰੀ ਜਿਹੜੀ ਜਨਸੰਖਿਆ ਹੈ ਉਹਦਾ ਕੇਵਲ ਤੇ ਕੇਵਲ 1.5%। 1.5% ਕੌਮ ਜਿਹੜੀ ਹੈ ਉਹ ਕੁਰਬਾਨੀਆਂ ਦਿੰਦੀ ਹੈ 80%, ਤੇ ਰਾਜ ਉਹਨਾਂ ਨੂੰ ਲੈ ਕੇ ਦਿੰਦੀ ਹੈ ਜਿਨ੍ਹਾਂ ਦੀ ਜਿਹੜੀ ਗਿਣਤੀ ਹੈ 80% ਹੈ। 1.5% ਕੌਮ 80% ਕੁਰਬਾਨੀਆਂ ਦਿੰਦੀ ਹੈ 80% ਨੂੰ ਰਾਜ ਲੈਣ ਦੇ ਵਾਸਤੇ, ਤੇ 80% ਕੌਮ ਜਿਹੜੀ ਹੈ ਉਹ 1.5% ਵੀ ਕੁਰਬਾਨੀਆਂ ਨਹੀਂ ਦਿੰਦੀ, ਉਹ ਫਿਰ ਵੀ ਰਾਜ ਕਰਦੀ ਹੈ। ਪਰ ਜਦੋਂ ਰਾਜ ਮਿਲਿਆ ਤੇ ਸਭ ਤੋਂ ਪਹਿਲਾ ਫਰਮਾਨ ਜਾਰੀ ਕੀਤਾ ਗਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਪ੍ਰੋਫੈਸ਼ਨ ਨੇਸ਼ਨ, ਇਹ ਇੱਕ ਜਰਾਇਮ ਪੇਸ਼ਾ ਕੌਮ ਨੇ। ਸਰਕੂਲਰ ਜਾਰੀ ਕੀਤਾ ਗਿਆ। ਸਰਦਾਰ ਕਪੂਰ ਸਿੰਘ ਦੀ ਲਿਖੀ ਹੋਈ ਕਿਤਾਬ ਹੈ ਸਾਚੀ ਸਾਖੀ, ਜ਼ਰੂਰ ਪੜ੍ਹਿਓ ਕਿਤੇ। ਉਹਦੇ ਵਿੱਚੋਂ ਕਈ ਤੱਥ ਤੁਹਾਡੇ ਸਾਹਮਣੇ ਆ ਜਾਣਗੇ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਵਿਸਾਖਾਤ ਹੋਇਆ ਹੈ। ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਸਾਡੇ ਨਾਲ ਕਿਸ ਤਰ੍ਹਾਂ ਦੇ ਨਾਲ ਧੋਖੇ ਹੋਏ, ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਵਿਸ਼ਵਾਸਘਾਤ ਹੋਇਆ ਹੈ। 80% ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ, ਦੇਸ਼ ਆਜ਼ਾਦ ਹੁੰਦਾ ਹੈ ਤੇ ਸਰਕੂਲਰ ਜਾਰੀ ਹੁੰਦਾ ਹੈ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ। ਤੇ ਨਾਲ ਲਿਖਿਆ ਕੀ ਜਾਂਦਾ ਹੈ ਕਿ ਇਹਨਾਂ ਦੇ ਇਲਾਕਿਆਂ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜਰਾਇਮ ਪੇਸ਼ਾ ਕੌਮ ਨੇ ਤੇ ਤੁਸੀਂ ਸਾਰੇ ਇਸ ਧਰਮੀ ਕੌਮ ਦੇ ਪੀੜਤ ਬੈਠੇ ਹੋ। ਤੁਸੀਂ ਤੇ ਜਰਾਇਮ ਪੇਸ਼ਾ ਸੀ ਤੇ ਕਤਲੇਆਮ ਤੁਹਾਡਾ ਹੋਇਆ, ਨਸਲਕੁਸ਼ੀ ਤੁਹਾਡੀ ਹੋਈ ਹੈ, ਫਿਰ ਜਰਾਇਮ ਪੇਸ਼ਾ ਕੌਣ ਸੀ? ਜਰਾਇਮ ਪੇਸ਼ਾ ਅਸੀਂ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ, ਕਿ ਜਰਾਇਮ ਪੇਸ਼ਾ ਉਹ ਨੇ ਜਿਹੜੇ ਆਜ਼ਾਦੀ ਤੋਂ ਬਾਅਦ ਰਾਜ ਕਰ ਰਹੇ ਨੇ ਤੇ ਆਜ਼ਾਦੀ ਦਿਵਾਉਣ ਵਾਲੀ ਕੌਮ ਦੀ ਨਸਲਕੁਸ਼ੀ ਕਰ ਰਹੇ ਨੇ? ਫਿਰ ਜਰਾਇਮ ਪੇਸ਼ਾ ਕੌਣ ਹੈ? ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਨੂੰ ਕੌਮ ਦੇ ਸਾਹਮਣੇ ਰੱਖਿਆ ਕਿ ਆਹ ਸਰਕੂਲਰ ਜਾਰੀ ਕੀਤਾ ਗਿਆ, ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ। ਉਸ ਤੋਂ ਬਾਅਦ ਧੋਖਿਆਂ ਦੀ ਦਾਸਤਾਨ ਲਗਾਤਾਰ ਹੁੰਦੀ ਰਹੀ। ਜਦੋਂ ਵੀ ਸਿੱਖ ਲੀਡਰਾਂ ਨੇ ਕਿਹਾ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਜੰਗ ਹੋ ਰਹੀ ਸੀ, ਸਿੱਖਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਨੂੰ ਇੱਕ ਐਸਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਹੁਣ ਉਹ ਕਿੱਥਾ ਕਿੱਥੇ ਹੈ? ਤੇ ਆਜ਼ਾਦ ਹੋ ਚੁੱਕੇ ਦੇਸ਼ ਦੇ ਲੀਡਰਾਂ ਨੇ ਜਵਾਬ ਪਤਾ ਕੀ ਦਿੱਤਾ ਸੀ? ਕਿਤੇ ਸਰਦਾਰ ਨਰਾਇਣ ਸਿੰਘ ਦੀ ਕਿਤਾਬ ਹੈ ਕਿਉਂ ਕੀਤੋ ਵਿਸਾਹ, ਉਹਨੂੰ ਪੜ੍ਹ ਕੇ ਵੇਖੋ, ਇਹਨਾਂ ਜਵਾਬ ਦਿੱਤਾ ਸੀ ਵੋ ਜ਼ਮਾਨੇ ਔਰ ਥੇ ਜੇ ਜ਼ਮਾਨੇ ਔਰ ਹੈ। ਹੁਣ ਤੁਹਾਡੀ ਲੋੜ ਨਹੀਂ, ਤੁਹਾਡਾ ਜਿੰਨਾ ਖੂਨ ਡੋਲਣਾ ਸੀ ਡੋਲ ਚੁੱਕਿਆ ਹੈ, ਹੁਣ ਮਾਲਕ ਅਸੀਂ ਹੈ। ਹੁਣ ਤੁਹਾਡੀ ਲੋੜ ਨਹੀਂ, ਵੋ ਜ਼ਮਾਨੇ ਔਰ ਥੇ, ਉਦੋਂ ਤੁਹਾਡੇ ਖੂਨ ਦੀ ਲੋੜ ਸੀ, ਉਦੋਂ ਅਸੀਂ ਕਹਿੰਦੇ ਸੀ ਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਣਨ ਦਾ ਮੌਕਾ ਦੇਵਾਂਗੇ, ਪਰ ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ। ਹੁਣ ਜਿਹੜਾ ਆਜ਼ਾਦੀ ਦਾ ਨਿੱਘ ਹੈ ਉਹ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਸਾਰਿਆਂ ਨੇ ਮਾਣ ਕੇ ਵੇਖਿਆ, ਤੁਹਾਡੇ ਪਰਿਵਾਰਾਂ ਨੇ ਮਾਣ ਕੇ ਵੇਖਿਆ, ਤੁਹਾਡੇ ਰਿਸ਼ਤੇਦਾਰਾਂ ਨੇ ਮਾਣ ਕੇ ਵੇਖਿਆ। ਉਸ ਆਜ਼ਾਦੀ ਦੇ ਨਿੱਘ ਦਾ ਨਜ਼ਾਰਾ ਤੁਸੀਂ 1984 ਨਵੰਬਰ ਦੇ ਵਿੱਚ ਵੇਖ ਚੁੱਕੇ ਹੋ। ਔਰ ਇਹ ਜਿਹੜਾ
ਇਕੱਠ ਹੈ। ਜਿਸ ਇਲਾਕੇ ਦੇ ਵਿੱਚੋਂ ਤੁਸੀਂ ਬੈਠੇ ਹੋ, ਇਹ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਐਸਾ ਇਲਾਕਾ ਹੈ ਜਿਹਨੂੰ ਵਿਡੋ ਕਲੋਨੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਤੇ ਜਿਹੜਾ ਇਸ ਦੇਸ਼ ਦੇ ਆਜ਼ਾਦ ਦੇਸ਼ ਦੇ ਮੱਥੇ ਦੇ ਉੱਪਰ ਸਭ ਤੋਂ ਵੱਡਾ ਕਲੰਕ ਹੈ ਇਹ ਜਿਹੜਾ ਇਲਾਕਾ ਹੈ। ਕਿਉਂ? ਕਿਉਂਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਦਿੱਤਾ ਗਿਆ ਹੈ, ਔਰ ਉਹੀ ਸਰਦਾਰ ਕਪੂਰ ਸਿੰਘ ਜਿਹੜੇ ਇਸ ਸਟੇਟ ਦੇ ਸਤਾਏ ਹੋਏ ਨੇ, ਉਹ ਸੰਤ ਜਰਨੈਲ ਸਿੰਘ ਦੇ ਨਾਲ ਖੜੇ ਨੇ। ਦੂਸਰੇ, ਦੁਨੀਆ ਦੇ ਵਿੱਚ ਜੇ ਕਿਤੇ ਸਭ ਤੋਂ ਵੱਡਾ ਆਤਮ ਸਮਰਪਣ ਕਿਸੇ ਫੌਜ ਦਾ ਹੋਇਆ ਤੇ ਬੰਗਲਾਦੇਸ਼ ਦੀ ਜੰਗ ਦੇ ਵਿੱਚ ਜਨਰਲ ਨਿਆਜ਼ੀ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਦੀ 91,000 ਫੌਜ ਨੇ 2 ਸਿੱਖ ਜਰਨੈਲਾਂ ਦੇ ਅੱਗੇ ਆਪਣੇ ਹਥਿਆਰ ਰੱਖੇ ਸੀ, ਇੱਕ ਜਗਜੀਤ ਸਿੰਘ ਅਰੋੜਾ ਤੇ ਦੂਜੇ ਜਨਰਲ ਸ਼ਬੇਗ ਸਿੰਘ। ਤੇ ਜਿਸ ਜਰਨੈਲ ਦੇ ਅੱਗੇ ਪਾਕਿਸਤਾਨ ਦੀ 91,000 ਫੌਜ ਨੇ ਆਪਣੇ ਜਨਰਲ ਨਿਆਜ਼ੀ ਦੀ ਅਗਵਾਈ ਦੇ ਵਿੱਚ ਹਥਿਆਰ ਰੱਖ ਕੇ ਮੱਥੇ ਟੇਕ ਦਿੱਤੇ ਸੀ ਨਾ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਆਤਮ ਸਮਰਪਣ ਸੀ, 1984 ਨਵੰਬਰ ਦੇ ਵਿੱਚ ਉਸ ਜਰਨੈਲ ਜਗਜੀਤ ਸਿੰਘ ਅਰੋੜਾ ਨੂੰ ਵੀ ਦੌੜ ਕੇ ਆਪਣੀ ਜਾਨ ਬਚਾਉਣੀ ਪਈ। ਇਹਦੇ ਤੋਂ ਵੱਧ ਤਾਂ ਦੇਸ਼ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ, ਕਿ ਇੱਕ ਦੇਸ਼ ਦੇ ਵਾਸਤੇ, ਇੱਕ ਦੇਸ਼ ਦੀ ਰੱਖਿਆ ਦੇ ਵਾਸਤੇ 91,000 ਫੌਜ ਦੇ ਜਿਹੜੇ ਹਥਿਆਰ ਸਟਾ ਦੇਣੇ, ਆਤਮ ਸਮਰਪਣ ਕਰ ਦੇਣਾ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇੱਕ ਰਿਕਾਰਡ ਹੋਣਾ। ਤੇ ਉਸ ਜਰਨੈਲ ਨੂੰ ਵੀ 1984 ਨਵੰਬਰ ਦੀ ਨਸਲਕੁਸ਼ੀ ਦੇ ਵਿੱਚ ਭੱਜ ਕੇ ਜਾਨ ਬਚਾਉਣੀ ਪੈਂਦੀ ਹੈ ਲੁੱਕ ਕੇ। ਤੇ ਦੂਜੇ ਜਨਰਲ ਸ਼ਬੇਗ ਸਿੰਘ, ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਮੁਕਤੀ ਬਾਨੀ ਨਾਂ ਦੀ ਫੌਜ ਬਣਾ ਕੇ ਆਪ ਮੁਸਲਮਾਨੀ ਲਿਬਾਸ ਦੇ ਵਿੱਚ ਰਹਿ ਕੇ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ। ਪਰ ਜਦੋਂ ਉਹ ਲੈਫਟੀਨੈਂਟ ਜਨਰਲ ਬਣੇ ਤੇ ਉਹਨਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ। ਦੋਸ਼ ਕੀ ਲਾਇਆ ਗਿਆ? ਤੁਸੀਂ ਹੈਰਾਨ ਹੋ ਜਾਵੋਗੇ ਕਿ ਇੱਕ ਸਿੱਖ ਜਰਨੈਲ ਜਿਸ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਸ ਦੇਸ਼ ਦੀ ਸੁਰੱਖਿਆ ਦੇ ਵਾਸਤੇ ਬੰਗਲਾਦੇਸ਼ ਦੇ ਵਿੱਚ ਬਿਤਾਇਆ, ਮੁਸਲਮਾਨ ਬਣ ਕੇ ਦਿਨ ਕੱਟੇ, ਆਪਣੇ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਤੇ ਕੋਈ ਸੰਬੰਧ ਨਾ ਰੱਖਿਆ, ਉਸ ਜਰਨੈਲ ਨੂੰ ਇਵਜ਼ਾਨਾ ਕੀ ਦਿੱਤਾ ਗਿਆ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਵਾਪਸ ਆਇਆ ਤੇ ਉਹਦੇ ਉੱਪਰ ਦੋਸ਼ ਲਗਾ ਦਿੱਤਾ ਗਿਆ ਕਿ ਇਸ ਨੇ ਮਿਲਟਰੀ ਦਾ ਡਿਸਪੋਜ਼ਲ ਟਰੱਕ ਘੱਟ ਰੇਟ ਦੇ ਉੱਪਰ ਖਰੀਦਿਆ। ਦੋਸ਼ ਲਗਾ ਦਿੱਤਾ ਗਿਆ ਕਿ ਆਪਣੇ ਜੂਨੀਅਰ ਆਫੀਸਰ ਦੇ ਕੋਲੋਂ ਇੱਕ ਪਲੇਟ ਲਈ ਹੈ ਤੋਹਫੇ ਦੇ ਵਿੱਚ, ਤੋਹਫੇ ਦੇ ਵਿੱਚ ਪਲੇਟ ਲੈਣੀ, ਇੱਕ ਪੁਰਾਣਾ ਟਰੱਕ ਖਰੀਦਣਾ, ਇਹ ਗੁਨਾਹ ਨੇ। ਇੱਕ ਸਿੱਖ ਦਾ ਕੋਰਟ ਮਾਰਸ਼ਲ ਕਰ ਦਿੱਤਾ ਜਾਂਦਾ ਹੈ। ਪਰ ਜੇਕਰ ਅੱਜ ਦੇ ਹਾਲਾਤ ਤੁਸੀਂ ਵੇਖੋ ਤਾਂ ਫੌਜੀਆਂ ਦੇ ਕਫਨਾਂ ਦੇ ਵਿੱਚ ਘਟਾਲੇ ਹੁੰਦੇ ਨੇ, ਚਾਰਿਆਂ ਦੇ ਵਿੱਚ ਘਟਾਲੇ ਹੁੰਦੇ ਨੇ, ਬੋਫਰਸ ਦੇ ਵਿੱਚ ਘਟਾਲੇ ਹੁੰਦੇ ਨੇ, ਰਾਫੇਲ ਦੇ ਵਿੱਚ ਘਟਾਲੇ ਹੁੰਦੇ ਨੇ, ਪਰ ਉਹ ਦੋਸ਼ੀ ਨਹੀਂ ਕਿਉਂਕਿ ਉਹ ਸਿੱਖ ਨਹੀਂ। ਉਹ ਕੋਈ ਦੋਸ਼ੀ ਨਹੀਂ ਕਿਉਂਕਿ ਸਿੱਖ ਨਹੀਂ। ਪਰ ਇੱਕ ਸਿੱਖ ਇੱਕ ਪਲੇਟ ਲੈਂਦਾ ਹੈ ਆਪਣੇ ਆਫੀਸਰ ਦੇ ਕੋਲੋਂ, ਰੋਟੀ ਵਾਲੀ ਪਲੇਟ, ਇੱਕ ਪਲੇਟ ਲੈਂਦਾ ਹੈ ਤੇ ਉਸ ਦਾ ਕੋਰਟ ਮਾਰਸ਼ਲ ਕਰ ਦਿੱਤਾ ਜਾਂਦਾ ਹੈ। ਤੇ ਉਹ ਜਰਨੈਲ ਫਿਰ ਉਸ ਨੌਕਰੀ ਨੂੰ ਛੱਡਣ ਤੋਂ ਬਾਅਦ ਦਰਬਾਰ ਸਾਹਿਬ ਸੰਤ ਜਰਨੈਲ ਸਿੰਘ ਉਹਨਾਂ ਦੇ ਕੋਲ ਆਉਂਦਾ ਹੈ ਔਰ ਇੱਕ ਸਿਤਮ ਜ਼ਰੀਫੀ ਉਹ ਸ਼ਹੀਦ ਹੋ ਜਾਂਦਾ ਹੈ। ਹਰਿਮੰਦਰ ਸਾਹਿਬ ਦੀ ਰੱਖਿਆ ਦੇ ਵਾਸਤੇ, ਦਰਬਾਰ ਸਾਹਿਬ ਦੀ ਰੱਖਿਆ ਦੇ ਵਾਸਤੇ ਜਨਰਲ ਸ਼ਬੇਗ ਸਿੰਘ ਸ਼ਹੀਦ ਹੋ ਜਾਂਦੇ ਨੇ। ਤੇ ਸ਼ਹਾਦਤ ਤੋਂ ਬਾਅਦ ਜਦੋਂ ਕੋਰਟ ਦਾ ਫੈਸਲਾ ਆਉਂਦਾ ਹੈ ਤੇ ਫੈਸਲੇ ਦੇ ਵਿੱਚੋਂ ਉਹ ਬਰੀ ਨੇ। ਇਸ ਗੱਲ ਨੂੰ ਸਮਝੋ ਕਿ ਉਹਨਾਂ ਦੇ ਉੱਪਰ ਝੂਠਾ ਦੋਸ਼ ਲਗਾਇਆ ਗਿਆ। ਪਹਿਲਾਂ ਉਸਨੇ ਦੇਸ਼ ਲਈ ਕੁਰਬਾਨੀ ਕੀਤੀ, ਫਿਰ ਉਹ ਕੌਮ ਦੇ ਵਾਸਤੇ ਸ਼ਹਾਦਤ ਦੇ ਗਿਆ, ਤੇ ਜਿਹੜਾ ਉਹਦੇ ਉੱਪਰ ਦੋਸ਼ ਲਗਾਇਆ ਗਿਆ ਉਹ ਦੋਸ਼ ਸਾਬਤ ਹੀ ਨਾ ਹੋ ਸਕਿਆ। ਦੋਸ਼ ਲਗਾਇਆ ਕਿਉਂ ਗਿਆ? ਕਿਉਂਕਿ ਉਹ ਸਿੱਖ ਹੈ, ਕਿਤੇ ਇਸ ਭਾਰਤੀ ਫੌਜ ਦਾ ਮੁਖੀ ਨਾ ਬਣ ਜਾਵੇ, ਉਹਨੂੰ ਰੋਕਣਾ ਸੀ। ਸੋ ਇਹ ਜੋ ਕੁਛ ਵਰਤਾਰਾ ਵਾਪਰਿਆ ਇਹਦੇ ਵਿੱਚ ਸਮਝਣ ਦੀ ਲੋੜ ਹੈ ਕਿ ਜੇ ਸਿੱਖ ਕੌਮ ਨੇ ਸੰਘਰਸ਼ ਕੀਤਾ ਹੈ ਤਾਂ ਜਿੰਨਾ ਵੀ ਸਟੇਟ ਨੇ ਸਤਾਇਆ ਹੈ, ਉਸ ਸਤਾ ਦੇ ਵਿੱਚੋਂ, ਉਸ ਤਣਾਅ ਦੇ ਵਿੱਚੋਂ, ਉਸ ਹੋਏ ਜ਼ੁਲਮ ਦੇ ਵਿੱਚੋਂ ਸਿੱਖ ਨੇ ਸੰਘਰਸ਼ ਕੀਤਾ ਹੈ। ਤੇ ਸੱਚ ਜਾਣਿਓ ਇਹ ਸਾਡੀ ਫਿਤਰਤ ਹੈ। ਮੈਂ ਜਦੋਂ ਜਨਰਲ ਸ਼ਬੇਗ ਸਿੰਘ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀ, ਖੋਜ ਕਰ ਰਿਹਾ ਸੀ, ਤਾਂ ਇੱਕ ਆਰਮੀ ਦੇ ਬ੍ਰਿਗੇਡੀਅਰ ਮਿਸਟਰ ਬੱਲ ਨੇ ਉਹਨਾਂ ਦੇ ਬਾਰੇ ਇੱਕ ਲੇਖ ਲਿਖਿਆ। ਤੇ ਜਿੱਥੋਂ ਉਸਨੇ ਲੇਖ ਦੀ ਸ਼ੁਰੂਆਤ ਕੀਤੀ ਨਾ, ਉਹ ਲਾਈਨ ਬੜੀ ਕਮਾਲ ਦੀ ਸੀ। ਉਸ ਲਾਈਨ ਦੇ ਵਿੱਚ ਲਿਖਿਆ ਸੀ ਕਿ ਸ਼ਬੇਗ ਸਿੰਘ ਦੇ ਵਿੱਚ ਜ਼ਰੂਰਤ ਹੋਣੀ ਉਹਦਾ ਖੂਨੀ ਗੁਣ ਸੀ, ਉਹਦਾ ਪਰਿਵਾਰਕ ਗੁਣ ਸੀ। ਸ਼ਬੇਗ ਸਿੰਘ ਦੇ ਵਿੱਚ ਇਹ ਜ਼ਰੂਰਤ ਹੋਣੀ ਹੀ ਸੀ। ਕਿਉਂ? ਕਿਉਂਕਿ ਉਹ ਮਹਿਤਾਬ ਸਿੰਘ ਮੀਰਾਂਕੋਟ ਦਾ ਖਾਨਦਾਨ ਦੇ ਵਿੱਚੋਂ ਸੀ। ਮਹਿਤਾਬ ਸਿੰਘ ਮੀਰਾਂਕੋਟ, ਹੁਣ ਆਪਣੀ ਸੁਰਤ ਨੂੰ ਥੋੜਾ ਹੋਰ ਪਿੱਛੇ ਲੈ ਜਾਓ। ਹਰਿਮੰਦਰ ਸਾਹਿਬ ਦੀ ਉਦੋਂ ਵੀ ਬੇਅਦਬੀ ਹੋਈ ਹੈ ਜਦੋਂ ਮੱਸਾ ਰੰਗੜ ਦੇ ਹਰਿਮੰਦਰ ਸਾਹਿਬ ਦੇ ਅੰਦਰ ਵੇਸਵਾਵਾਂ ਨਚਾਈਆਂ ਨੇ। ਸਿੱਖਾਂ ਨੂੰ ਖਬਰ ਪਹੁੰਚੀ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਦਰਬਾਰ ਸਾਹਿਬ ਦੀ।
ਤੇ ਦਰਬਾਰ ਸਾਹਿਬ ਦੀ ਜਦੋਂ ਬੇਅਦਬੀ ਦੀ ਗੱਲ ਆਉਂਦੀ ਹੈ, ਫਿਰ ਸਿੱਖ ਆਪਣਾ ਆਪਾ ਕੁਰਬਾਨ ਕਰਨ ਨੂੰ, ਆਪਣਾ ਆਪਾ ਵਾਰਨ ਨੂੰ ਤਿਆਰ ਹੋ ਜਾਂਦਾ ਆਪਣੇ ਗੁਰੂ ਦੇ ਦਰਬਾਰ ਦੇ ਉੱਪਰੋਂ। ਉੱਥੋਂ ਦੋ ਸਿੱਖ ਤੁਰੇ ਨੇ, ਸਰਦਾਰ ਮਹਿਤਾਬ ਸਿੰਘ ਮੀਰਾਕੋਟ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ। ਦੋਵੇਂ ਬੀਕਾਨੇਰ ਤੋਂ ਪਹੁੰਚੇ ਨੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ। ਇੱਥੇ ਆ ਕੇ ਮੱਸਾ ਰੰਗੜ ਦਾ ਸਿਰ ਵੱਢਿਆ ਤੇ ਸਿਰ ਵੱਢ ਕੇ ਲਿਜਾ ਕੇ ਬੀਕਾਨੇਰ ਖਾਲਸਾ ਦਲ ਦੇ ਉਸ ਸਮੇਂ ਦੇ ਜਥੇਦਾਰ ਦੇ ਪੈਰਾਂ ਦੇ ਵਿੱਚ ਰੱਖ ਦਿੱਤਾ ਕਿ ਆਹ ਹੈ ਮੰਡਿਆਲੇ ਦਾ ਚੌਧਰੀ ਮਸਾਹੂਦੀਨ, ਜਿਸ ਨੂੰ ਮੱਸਾ ਰੰਗੜ ਕਿਹਾ ਜਾਂਦਾ ਹੈ, ਜਿਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਸੀ। ਉਸੇ ਹੀ ਸਰਦਾਰ ਮਹਿਤਾਬ ਸਿੰਘ ਦਾ ਪੁੱਤਰ ਸੀ ਰਾਏ ਸਿੰਘ। ਸਰਦਾਰ ਰਾਏ ਸਿੰਘ ਦਾ ਪੁੱਤਰ ਸੀ ਕੰਵਰ ਸਿੰਘ। ਕੰਵਰ ਸਿੰਘ ਦਾ ਪੁੱਤਰ ਸੀ ਰਤਨ ਸਿੰਘ ਭੰਗੂ, ਜਿਸ ਨੇ ਪੰਥ ਪ੍ਰਕਾਸ਼ ਲਿਖਿਆ ਹੈ। ਤੇ ਰਤਨ ਸਿੰਘ ਭੰਗੂ ਦੇ ਦੋ ਪੁੱਤਰ ਸੀ ਗੁਰਮੁਖ ਸਿੰਘ ਤੇ ਸਰਮੁਖ ਸਿੰਘ। ਸਰਮੁਖ ਸਿੰਘ ਦਾ ਅੱਗੋਂ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਹੋਏ ਨੇ ਸਰਦਾਰ ਭਗਵਾਨ ਸਿੰਘ, ਤੇ ਭਗਵਾਨ ਸਿੰਘ ਦਾ ਪੁੱਤਰ ਸੀ ਜਨਰਲ ਸ਼ਬੇਗ ਸਿੰਘ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਨਰਲ ਸ਼ਬੇਗ ਸਿੰਘ ਦਾ ਸੰਬੰਧ ਜਿਹੜਾ ਕੇਸ ਪਰਿਵਾਰ ਦੇ ਨਾਲ ਸੀ, ਕੇਸ ਖਾਨਦਾਨ ਦੇ ਨਾਲ ਸੀ। ਕਦੀ 18ਵੀਂ ਸਦੀ ਦੇ ਵਿੱਚ ਉਹਦੇ ਵਡੇਰਿਆਂ ਨੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲਿਆ ਸੀ, ਤੇ 20ਵੀਂ ਸਦੀ ਦੇ ਵਿੱਚ ਉਸੇ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਦੇ ਵਾਸਤੇ ਜਨਰਲ ਸ਼ਬੇਗ ਸਿੰਘ ਨੇ ਸ਼ਹਾਦਤ ਦਿੱਤੀ। ਸੋ ਇਹ ਜਿਹੜੇ ਸਾਰੇ ਵਰਤਾਰੇ ਨੇ, ਇਹ ਉਸ ਰੂਹਾਨੀਅਤ ਦੇ ਦਾਇਰੇ ਦੇ ਵਿੱਚ ਨੇ ਜਿਹੜੀ ਸਾਡੀ ਕੌਮੀ ਭਾਵਨਾ ਨੂੰ, ਇਸ ਗੱਲ ਨੂੰ ਪ੍ਰਚਲਿਤ ਕਰਦੀ ਹੈ, ਜਿਸ ਗੱਲ ਨੂੰ ਕਦੀ ਅਹਿਮਦ ਸ਼ਾਹ ਅਬਦਾਲੀ ਸਮਝ ਗਿਆ ਸੀ, ਅਸੀਂ ਨਹੀਂ ਸਮਝ ਸਕੇ ਅਜੇ ਤੱਕ। ਅਹਿਮਦ ਸ਼ਾਹ ਅਬਦਾਲੀ ਜਿਸ ਵੇਲੇ ਉਸਨੇ ਦਿੱਲੀ ਨੂੰ ਫਤਿਹ ਕੀਤਾ, ਪਾਣੀਪਤ ਦਾ ਮੈਦਾਨ, ਮਰੱਟਿਆਂ ਦੇ ਨਾਲ ਜੰਗ ਹੋਈ, ਔਰ ਇਹ ਵੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਮਰੱਟਿਆਂ ਦੀ ਪਾਣੀਪਤ ਦੀ ਜੰਗ ਤੋਂ ਬਾਅਦ ਮਰੱਟੇ ਅਬਦਾਲੀ ਦੇ ਅੱਗੇ ਸਿਰ ਨਹੀਂ ਚੁੱਕ ਸਕੇ, ਪਰ ਸਿੱਖਾਂ ਨੇ ਹਮੇਸ਼ਾ ਹੀ ਅਬਦਾਲੀ ਦਾ ਮੁਕਾਬਲਾ ਕੀਤਾ। ਅਬਦਾਲੀ ਨੇ ਜਿੰਨੀ ਵਾਰੀ ਵੀ ਹਿੰਦੁਸਤਾਨ ਦੀਆਂ ਬੱਚੀਆਂ, ਇੱਥੋਂ ਦੀ ਦੌਲਤ, ਇੱਥੋਂ ਦੀ ਇੱਜ਼ਤ, ਇੱਥੋਂ ਦੀ ਅਜ਼ਮਤ ਨੂੰ ਲੁੱਟਿਆ, ਸਿੱਖਾਂ ਨੇ ਹਮੇਸ਼ਾ ਰਸਤੇ ਦੇ ਵਿੱਚ ਉਹਨਾਂ ਬੱਚੀਆਂ ਨੂੰ ਇਹਦੇ ਕੋਲੋਂ ਖੋਹ ਕੇ ਪਰਿਵਾਰਾਂ ਨੂੰ ਵਾਪਸ ਕੀਤਾ। ਉਹ ਚਾਹੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੀ, ਚਾਹੇ ਸਰਦਾਰ ਚੜ੍ਹਤ ਸਿੰਘ ਸੀ, ਚਾਹੇ ਸਰਦਾਰ ਜੱਸਾ ਸਿੰਘ ਰਾਮਗੜੀਆ ਸੀ, ਉਹਨਾਂ ਸਾਰਿਆਂ ਨੇ ਉਹਨਾਂ ਬੱਚੀਆਂ ਨੂੰ ਅਬਦਾਲੀ ਦੇ ਕੋਲੋਂ ਖੋਹ ਕੇ ਘਰ ਘਰ ਪਹੁੰਚਾਇਆ। ਅਬਦਾਲੀ ਨੇ ਇਸ ਵੇਲੇ ਵੱਡਾ ਘੱਲੂਘਾਰਾ ਵਰਤਾਇਆ, ਜਿਹੜਾ ਦਰਬਾਰ ਸਾਹਿਬ ਦੇ ਉੱਪਰ 1984 ਦਾ ਇਹ ਘੱਲੂਘਾਰਾ ਹੋਇਆ। ਇਸ ਨੂੰ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਹਾਂ, ਪਰ ਇਹਦੇ ਤੋਂ ਪਹਿਲਾਂ ਦੋ ਘੱਲੂਘਾਰੇ ਹੋਰ ਵਾਪਰ ਚੁੱਕੇ ਨੇ। ਇੱਕ ਕਾਹਨੂੰਵਾਨ ਦੇ ਸ਼ੰਭ ਦੇ ਵਿੱਚ ਛੋਟਾ ਘੱਲੂਘਾਰਾ, ਇੱਕ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਵੱਡਾ ਘੱਲੂਘਾਰਾ। ਪਰ ਉਹਨਾਂ ਘੱਲੂਘਾਰਿਆਂ ਦੇ ਵਿੱਚ ਤੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਇੱਕ ਫਰਕ ਹੈ। ਉਹ ਫਰਕ ਇਹ ਹੈ ਕਿ ਅਬਦਾਲੀ ਨੇ ਪਹਿਲਾਂ ਘੱਲੂਘਾਰੇ ਦੇ ਵਿੱਚ ਕੌਮ ਦਾ ਕਤਲੇਆਮ ਕੀਤਾ ਤੇ ਵਾਪਸ ਆਉਂਦਿਆਂ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਇਸੇ ਤਰ੍ਹਾਂ ਛੋਟੇ ਘੱਲੂਘਾਰੇ ਦੇ ਵਿੱਚ ਪਹਿਲਾਂ ਕਾਹਨੂੰਵਾਨ ਦੇ ਮੈਦਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਵਾਪਸੀ ਦੇ ਉੱਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ। ਪਰ ਇਸ ਘੱਲੂਘਾਰੇ ਦੇ ਵਿੱਚ ਉਹਨਾਂ ਤੋਂ ਵਿਲੱਖਣਤਾ ਇਹ ਹੈ ਕਿ ਕੌਮ ਦਾ ਕਤਲੇਆਮ ਵੀ ਉਸ ਦਿਨ ਹੋਇਆ ਜਿਸ ਦਿਨ ਕੌਮ ਆਪਣੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਦਰਬਾਰ ਸਾਹਿਬ ਇਕੱਠੀ ਹੋਈ ਸੀ। ਇਹ ਦੋ ਵਰਤਾਰੇ ਇਕੱਠੇ ਵਾਪਰੇ ਨੇ, ਬੇਅਦਬੀ ਵੀ ਉਦੋਂ ਹੋਈ ਹੈ ਤੇ ਘੱਲੂਘਾਰਾ ਵੀ ਉਦੋਂ ਵਾਪਰਿਆ, ਕਤਲੇਆਮ ਵੀ ਕੌਮ ਦਾ ਉਦੋਂ ਹੋਇਆ। ਪਰ ਪਹਿਲੇ ਵਰਤਾਰਿਆਂ ਦੇ 'ਚ ਫਰਕ ਸੀ। ਪਰ ਉਹ ਕਿਹੜੀ ਚੀਜ਼ ਹੈ, ਉਸ ਚੀਜ਼ ਨੂੰ ਸਮਝਣਾ ਕਿਤੇ ਉਹ ਸਾਡੀ ਸੁਰਤ ਦੇ ਵਿੱਚੋਂ ਮਨਫੀ ਨਹੀਂ ਹੁੰਦੀ ਜਾ ਰਹੀ। ਵੱਡੇ ਘੱਲੂਘਾਰੇ ਤੋਂ ਬਾਅਦ ਅਬਦਾਲੀ ਨੇ ਆਪਣੇ ਜਰਨੈਲ ਨਾਸਰ ਖਾਨ ਬਲੋਚ ਨੂੰ ਕਿਹਾ ਸੀ, ਕਹਿੰਦਾ ਸੀ ਕਿ ਮੈਂ ਸਾਰੇ ਸਿੱਖ ਖਤਮ ਕਰ ਦਿੱਤੇ ਨੇ, ਸਾਰੇ ਸਿੱਖ ਖਤਮ ਕਰ ਦਿੱਤੇ ਨੇ। ਕਿਉਂਕਿ ਸਾਡੇ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਪੰਥ ਪ੍ਰਕਾਸ਼ ਦੇ ਵਿੱਚ, ਲੋਕ ਕਹੇ ਸਿੰਘ ਸਭ ਗਿਆ ਮਾਰਾ, ਬਚਿਓ 50 ਔਰ ਖੱਪ ਗਿਓ ਸਾਰਾ। ਸਿਰਫ 50 ਕੇ ਇਹਨਾਂ ਦੇ ਆਗੂ ਬਚੇ ਨੇ, ਬਾਕੀ ਸਾਰੇ ਖਤਮ ਕਰ ਦਿੱਤੇ ਗਏ ਨੇ। ਤੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਜਰਨੈਲ ਨਾਸਰ ਖਾਨ ਬਲੋਚ ਨੂੰ ਕਿਹਾ ਸੀ, ਕਹਿੰਦਾ ਇਹ ਕੌਮ ਖਤਮ ਕਰ ਦਿੱਤੀ ਗਈ ਹੈ, ਹੁਣ ਦੁਨੀਆ ਦੇ ਨਕਸ਼ੇ ਦੇ ਉੱਪਰ ਇਸ ਕੌਮ ਦਾ ਨਾਮੋ ਨਿਸ਼ਾਨ ਤੇ ਨਹੀਂ ਰਹੇਗਾ। ਇਤਿਹਾਸ ਦੇ ਵਿੱਚ ਬੇਸ਼ੱਕ ਇਹਦਾ ਨਾਮ ਹੋਵੇ, ਪਰ ਸਿੱਖ ਦੁਨੀਆ ਤੇ ਜਿਉਂਦੇ ਨਹੀਂ ਰਹਿ ਸਕਦੇ। ਤੇ ਅਹਿਮਦ ਸ਼ਾਹ ਅਬਦਾਲੀ ਅਜੇ ਲਾਹੌਰ ਪਹੁੰਚਿਆ ਤੇ ਇਹਨਾਂ ਬਚੇ ਹੋਏ ਸਿੱਖਾਂ ਨੇ ਜੈਨ ਖਾਨ ਤੇ ਭੀਖਣ ਖਾਨ ਨੂੰ ਮਾਰ ਕੇ ਦੁਬਾਰਾ ਸਰਹੰਦ ਦੇ ਉੱਪਰ ਕਬਜ਼ਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਲਾਹੌਰ ਪਹੁੰਚਿਆ ਇਸ ਖੁਸ਼ੀ ਦੇ ਵਿੱਚ ਕਿ ਸਿੱਖ ਖਤਮ ਕਰ ਦਿੱਤੇ ਨੇ, ਸਿੱਖਾਂ ਨੇ ਦੁਬਾਰਾ ਸਰਹੰਦ ਦੇ ਉੱਪਰ ਕਬਜ਼ਾ ਕਰ ਲਿਆ। ਜਦੋਂ ਉਹਨੂੰ ਖਬਰਾਂ ਪਹੁੰਚੀਆਂ, ਉਸ ਵੇਲੇ ਉਸਨੇ ਲਾਹੌਰ ਦੇ ਗਵਰਨਰ ਨੂੰ ਇੱਕ ਗੱਲ ਪੁੱਛੀ ਹੈ, ਕਹਿੰਦਾ ਇਹ ਕੌਣ ਨੇ, ਇਹ ਕੌਣ ਨੇ ਸਿੱਖ, ਇਹ ਕਾਹਦੇ ਬਣੇ ਨੇ? ਮੈਂ ਇਹਨਾਂ ਦਾ ਇੰਨਾ ਵੱਡਾ ਕਤਲੇਆਮ ਕੀਤਾ
ਔਰ ਇਹਨਾਂ ਨੇ ਫਿਰ ਮੇਰੇ 2 ਜਰਨੈਲ ਭੀਖਣ ਖਾਨ ਤੇ ਜ਼ੈਨ ਖਾਨ ਨੂੰ ਮਾਰ ਕੇ ਸਰਹੰਦ ਦੇ ਹੋਰ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ ਹੈ। ਮੈਂ ਮਰਹੱਟਿਆਂ ਦਾ ਇੱਕ ਵਾਰੀ ਲੱਕ ਤੋੜਿਆ ਹੈ, ਉਹਦੇ ਤੋਂ ਬਾਅਦ ਉਹ ਮੇਰੇ ਅੱਗੇ ਸਿਰ ਨਹੀਂ ਚੁੱਕ ਸਕੇ। ਕੌਣ ਨੇ? ਤੇ ਉਸ ਵੇਲੇ ਲਾਹੌਰ ਦੇ ਜਰਨੈਲ ਨੇ ਕਿਹਾ ਸੀ, ਸ਼ਹਿਨशाह ਖੁਦ ਹੀ ਕੋ ਭਾਖਤ, ਕਾਨ ਨਾ ਕਾਹੂ ਕੀਏ ਰਾਖਤ।